ਵਾਹਿਗੁਰੂ ਸਾਹਿਬ ਜੀ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਪਹਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ। ਦਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਵਈਏ ਮਹੱਲੇ ਦੂਜੇ ਕੇ ਸੋਈ ਪੁਰਖ ਧੰਨ ਕਰਤਾ। ਕਾਰਨ ਕਰਤਾਰ ਕਰਣ ਸਮਰਥੋ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਾਰਿਓ ਜਿਨ ਹੱਥੋ। ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਣ ਸਮਰਥੋ। ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਾਰਿਓ ਜਿਨ ਹੱਥੋ। ਤਾਂ ਧਾਰਿਓ ਮਸਤਕ ਹੱਥ ਸਾਹਿਜ ਆਮਿਓ ਉਠੋ ਛੱਜ। ਸੁਰ ਨਰ ਗਣ ਮਨ ਬੋਹਿ ਅਗਾਜ। ਮਾਰਿਓ ਕੰਟਕ ਕਾਲ ਗਰਜ ਧਾਵਤ ਲੀਓ ਬਾਰਜ। ਪੰਚ ਭੂਤ ਏਕ ਕਾਰ ਰਾਖ ਲੇ ਸਮਾਜ। ਜਗ ਜੀਤੋ ਗੁਰਦੁਆਰ ਖਿਲਹਿ ਸਮਤ ਸਾਰ। ਰਤ ਓਨ ਮਨ ਲਿਵ ਰਾਖ ਨਿਰੰਕਾਰ। ਕਹੋ ਕੀਰਤ ਕਲ ਸਹਾਰ ਸਪਤ ਦੀਪ ਮੰਝਾਰ। ਲਹਣਾ ਜਗਤਰ ਗੁਰ ਪਰਸ ਮੁਰਾਰ। ਕਹੋ ਕੀਰਤ ਕਲ ਸਹਾਰ ਸਪਤ ਦੀਪ ਮੰਝਾਰ। ਲਹਣਾ ਜਗਤਰ ਗੁਰ ਪਰਸ ਮੁਰਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ।
ਜੁਗੋ ਜੁਗ ਅਟਲ ਸਤਿਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੀ ਬਖਸ਼ਿਸ਼ ਤੇ ਕਿਰਪਾ ਹੋ ਰਹੀ ਹੈ। ਆਪ ਜੀ ਸਾਰੇ ਹੀ ਗੁਰੂ ਕੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਕੀਰਤਨ, ਗੁਰਬਾਣੀ ਪਾਠ, ਵਿਚਾਰਾਂ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰਾਂ ਦੀ ਬਖਸ਼ਿਸ਼ ਅੱਜ ਦੇ ਦੀਵਾਨ ਇਸੇ ਹਫ਼ਤੇ ਲੰਘੇ ਹੋਏ ਵਿਸ਼ੇਸ਼ ਜੋ ਸਮਾਗਮ ਸਨ, ਪੁਰਬ ਸਨ, ਉਹਨਾਂ ਨੂੰ ਸਮਰਪਿਤ ਨੇ। ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਆਪਾਂ ਪਿਛਲੇ ਦਿਨਾਂ ਵਿੱਚ ਬੜੀ ਭਾਵਨਾ ਸਹਿਤ ਦਿਨ ਦੇ ਦਿਨ ਮਨਾਇਆ ਸੀ। ਭਗਤ ਸਰਮੌਰ ਭਗਤ ਕਬੀਰ ਸਾਹਿਬ ਜੀ ਦਾ ਪਾਵਨ ਜਨਮ ਦਿਹਾੜਾ ਵੀ ਮਨਾਇਆ ਗਿਆ। ਸੋ ਅੱਜ ਦੇ ਦੀਵਾਨ ਉਹਨਾਂ ਮਹਾਨ ਪੁਰਬਾਂ ਨੂੰ ਸਮਰਪਿਤ ਨੇ। ਹੁਣ ਆਪ ਜੀ ਨੇ ਗੁਰੂ ਘਰ ਦੇ ਸਨਮਾਨਯੋਗ ਕੀਰਤਨੀਏ, ਸਤਿਗੁਰਾਂ ਦੀਆਂ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਪਾਤਰ ਸੰਤ ਅਨੂਪ ਸਿੰਘ ਜੀ ਊਨਾ ਵਾਲਿਆਂ ਪਾਸੋਂ ਬੜੇ ਪਿਆਰ ਤੇ ਭਾਵਨਾ ਨਾਲ ਗੁਰਬਾਣੀ ਕੀਰਤਨ ਸਰਵਣ ਕੀਤੇ ਨੇ। ਗੁਰਬਾਣੀ ਕੀਰਤਨ ਦੇ ਨਾਲ ਨਾਲ ਸਿੱਖ ਪੰਥ ਦੀ ਜੋ ਅਰਦਾਸ ਹੈ, ਅਰਦਾਸ ਦੇ ਉਹ ਸੁਨਹਿਰੀ ਸ਼ਬਦ, ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ, ਜਿਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਹੀ ਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਗੁਰਮੁਖਾਂ ਦੇ ਅੰਦਰ ਆਪਾਂ ਸਤਿਗੁਰੂ ਨੂੰ ਸਮਰਪਿਤ ਕਰਨਾ, ਆਪਾਂ ਕੁਰਬਾਨ ਕਰਨਾ, ਇਹ ਸਾਰੀਆਂ ਬਖਸ਼ਿਸ਼ਾਂ ਅਰਦਾਸ ਦੇ ਅੰਦਰ ਗੁਰਸਿੱਖਾਂ ਨੇ ਇਕੱਤਰਿਤ ਕਰਕੇ ਪਿਛਲੇ ਲੰਘੇ ਹੋਏ ਸੁਨਹਿਰੀ ਇਤਿਹਾਸ ਨੂੰ ਅੰਕਿਤ ਕੀਤਾ। ਉਹ ਦ੍ਰਿੜਤਾ ਆਪ ਜੀ ਨੂੰ ਕਰਵਾ ਰਹੇ ਸਨ। ਸਰੋਹ ਵਿਚਾਰ ਸਤਿਗੁਰਾਂ ਦੀ ਬਖਸ਼ਿਸ਼ ਜੋ ਲੜੀਵਾਰ ਗੁਰਬਾਣੀ ਦੇ ਪ੍ਰਵਾਹ ਵਿਚਾਰਾਂ ਚੱਲ ਰਹੀਆਂ ਨੇ, ਉਹ ਪਾਹਤ ਮਹਾਰਾਜ ਦੀ ਪਾਵਨ ਬਖਸ਼ਿਸ਼ ਨੂੰ ਵੀ ਆਪਾਂ ਵਿਚਾਰਨਾ ਹੈ। ਵਿਚਾਰ ਅਧੀਨ ਪਾਵਨ ਅੰਮ੍ਰਿਤ ਬਚਨ ਜੋ ਭੱਟਾਂ ਦੇ ਸਵਈਆਂ ਦੇ ਸਰਲੇਖ ਹੇਠ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਅੰਕਿਤ ਕੀਤੇ ਨੇ, ਜਿਸ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਆਪਣੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਨੇ। ਉਪਰੰਤ ਭੱਟ ਸਾਹਿਬਾਨ ਵੱਲੋਂ ਗੁਰੂ ਵਡਿਆਈ, ਗੁਰੂ ਮਹਿਮਾ ਦਾ ਜ਼ਿਕਰ ਕਰਦਿਆਂ ਹੋਇਆਂ ਕਰਮਵਾਰ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ। ਸਰਲੇਖ ਸੀ ਸਵਈਏ ਮਹੱਲੇ ਪਹਿਲੇ ਕੇ। ਅੱਗੇ ਅੰਕ ਲੱਗਾ ਹੈ ਇੱਕ, ਕੁਝ ਗੁਰਮੁਖ ਉਸ ਦਾ ਵੀ ਉਚਾਰਨ ਕਰਦੇ ਨੇ, ਪਰ ਵਿਦਵਾਨਾਂ ਦੀ ਇੱਕ ਰਾਏ ਮੰਨਣਾ ਹੈ ਕਿ ਉਹ ਉਚਾਰਨ ਦਾ ਭਾਗ ਨਹੀਂ, ਸੰਕੇਤਕ ਰੂਪ ਹੈ ਪਹਿਲੇ ਦਾ। ਸੋ ਹੁਣ ਮਹੱਲੇ ਦੂਜੇ ਕੇ ਜੋ ਪਾਵਨ ਸਵਈਆਂ ਦੀ ਆਰੰਭਤਾ ਹੋ ਰਹੀ ਹੈ, ਪਿੱਛੇ ਬੇਨਤੀ ਕੀਤੀ ਸੀ ਭਾਵੇਂ ਸਰਦੇਖ ਸਵਈਏ ਚੱਲ ਰਿਹਾ ਹੈ, ਪਰ ਪਿੰਗਲ ਦੇ ਤੌਰ ਤੇ ਬੜੀਆਂ ਕਮਾਲ ਦੀਆਂ ਜਿਹੜੀਆਂ ਵਣਗੀਆਂ ਨੇ ਇਸ ਪਾਵਨ ਬਾਣੀ ਅੰਦਰ ਮਿਲਦੀਆਂ ਨੇ। ਸੋਰਠੇ ਦਾ ਰੂਪ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਕੁੰਡਲੀਆ ਵੀ ਆਏਗਾ ਔਰ ਸਵਈਏ ਛੰਦ ਆਉਣਗੇ। ਇਹ ਮਹਾਰਾਜ ਗੁਰੂ ਦੇ ਪਿਆਰ ਵਾਲੇ ਉਹਨਾਂ ਭੱਟਾਂ ਨੇ ਜਿਨ੍ਹਾਂ ਭੱਟਾਂ ਦੀ ਬੰਸਾਵਲੀ ਬਾਰੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹਨਾਂ ਦਾ ਪਿਛੋਕੜ ਖਾਨਦਾਨ ਸੁਲਤਾਨਪੁਰ ਲੋਧੀ ਦਾ ਸੀ। ਭਾਈ ਭਗੀਰਥ ਗੁਰੂ ਨਾਨਕ ਦੇ ਪਿਆਰੇ ਸਿੱਖ ਹੋਏ ਨੇ। ਭਾਈ ਗੁਰਦਾਸ ਸਾਹਿਬ ਹੋਰਾਂ ਨੇ ਜ਼ਿਕਰ ਵੀ ਕੀਤਾ ਹੈ। ਭਾਈ ਭਗੀਰਥ ਦੀ ਅੰਸ਼ ਦੇ ਵਿੱਚੋਂ ਹੀ ਭਾਈ ਭਿੱਖਾ ਤੇ ਟੋਡਾ ਗੁਰੂ ਅਮਰਦਾਸ ਵੇਲੇ ਪਿਆਰੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ।
ਉਹਨਾਂ ਦੀ ਅੰਸ਼ ਵਿੱਚੋਂ ਅੱਗੇ ਇਹ ਪਿਆਰੇ 11 ਭੱਟਾਂ ਦੀ ਬੰਸਾਵਲੀ ਚੱਲਦੀ ਹੈ। ਵਿਦਵਾਨਾਂ ਦੀ ਇੱਕ ਰਾਏ ਹੈ ਕਿ ਸੁਲਤਾਨਪੁਰ ਤੋਂ ਅੱਗੇ ਵਧਦਿਆਂ ਇਹ ਪਰਿਵਾਰ ਹਰਿਆਣੇ ਦੀ ਜੋ ਅੱਜ ਧਰਤੀ ਹੈ, ਉਦੋਂ ਤਾਂ ਇੱਕਸਾਰ ਸੀ ਪੰਜਾਬ ਦੀ ਧਰਤੀ, ਉਸ ਇਲਾਕੇ ਵਿੱਚ ਜਾ ਕੇ ਵਸ ਗਏ। ਕੁਝ ਲੋਕ ਹੋਰ ਇੱਧਰ ਸ਼੍ਰੀਲੰਕਾ ਵਾਲੇ ਪਾਸੇ ਨੂੰ ਪਰਿਵਾਰ ਚਲੇ ਗਏ। ਉੱਥੋਂ ਫਿਰ ਇੰਗਲੈਂਡ ਦੀ ਧਰਤੀ 'ਤੇ ਕੁਝ ਪਰਿਵਾਰ ਆਣ ਕੇ ਵਸੇ ਨੇ। ਔਰ ਇਹ ਗੁਰੂ ਘਰ ਦੇ ਮਹਾਨ ਪਿਆਰੇ ਭੱਟ ਸਾਹਿਬਾਨ, ਜਿਨ੍ਹਾਂ ਨੇ ਪ੍ਰਭੂ ਮਹਿਮਾ ਅਤੇ ਗੁਰੂ ਮਹਿਮਾ ਗਾਇਨ ਕੀਤੀ। ਅੱਗੇ ਚੱਲ ਕੇ ਬਚਨ ਆਉਣਗੇ ਭੱਟਾਂ ਦੇ ਹੀ ਕਿ ਬੜੇ ਚਿਰ ਤੋਂ ਅਸੀਂ ਤਰਸਦੇ ਸਾਂ, ਬਹੁਤ ਥਾਵਾਂ ਜਾ ਕੇ ਦੇਖੀਆਂ, ਬੜੇ ਦਰਾਂ 'ਤੇ ਗਏ, ਪਰ ਗੁਰੂ ਨਾਨਕ ਦੇ ਦਰ ਵਰਗਾ ਮਹਾਨ ਦਰ, ਗੁਰੂ ਨਾਨਕ ਦੇ ਘਰ ਵਰਗਾ ਮਹਾਨ ਘਰ ਸਾਨੂੰ ਕਿਤੇ ਪ੍ਰਾਪਤ ਨਹੀਂ ਹੋਇਆ। ਔਰ ਇਹ ਵੀ ਵਿਦਵਾਨਾਂ ਦਾ ਮੰਨਣਾ ਹੈ ਕਿ ਜਿਹੜਾ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਗੁਰਮਤ ਦਾ ਵਡਿਆਲਾ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਕਾਇਮ ਕੀਤਾ ਸੀ, ਜਿੱਥੇ ਮਹਾਰਾਜ ਨੇ ਬਾਲ ਉਪਦੇਸ਼ ਸ਼ੁਰੂ ਕੀਤਾ, ਗੁਰਮੁਖੀ ਨੂੰ ਸਵਾਰਿਆ, ਸ਼ਿੰਗਾਰਿਆ, ਉਸ ਵਡਿਆਲੇ ਦੇ ਵਿੱਚ ਵੀ ਇਸ ਖਾਨਦਾਨ ਦੇ ਵਿੱਚੋਂ ਪੜ੍ਹੇ ਹੋਏ ਲੋਕ ਸਨ। ਇਹੀ ਕਾਰਨ ਸੀ ਇਹ ਗੁਰੂ ਘਰ ਨਾਲ ਜੁੜੇ ਹੋਏ ਗੁਰਮੁਖ ਸਨ। ਰਹੋ ਵਿਚਾਰ, ਭੱਟਾਂ ਨੇ ਜੋ ਪਾਵਨ ਬਚਨ ਕਹੇ ਨੇ, ਉੱਥੋਂ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ ਔਰ ਸਮੇਂ ਅਨੁਸਾਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਾਵਨ ਜੀਵਨ ਦੇ ਵੀ ਆਪਾਂ ਦਰਸ਼ਨ ਦੀਦਾਰੇ ਕਰਨੇ ਨੇ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਉਪਦੇਸ਼, ਜੈਸੇ ਭਗਤ ਜੀ ਦੇ ਪਾਵਨ ਬਚਨੇ ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ, ਤਾਕੋ ਸੁਖ ਬਿਸਰਾਮ। ਇਨਕਲਾਬੀ ਉਸ ਮਹਾਂਪੁਰਖ ਦਾ ਇਹ ਐਲਾਨ ਔਰ ਇਨਕਲਾਬੀ ਉਸ ਮਹਾਂਪੁਰਖ ਦੇ ਇਹ ਬਚਨ, ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਜਿਹੜੇ ਲੋਕ ਭਗਤ ਜੀ ਕਹਿੰਦੇ ਨੇ, ਇਸ ਜਾਤ ਦਾ ਮਜ਼ਾਕ ਉਡਾਉਂਦੇ ਸਨ, ਹੱਸਦੇ ਸਨ। ਕਬੀਰ ਜੀ ਕਹਿੰਦੇ ਮੈਂ ਬਲਿਹਾਰ ਹਾਂ, ਕਿਉਂਕਿ ਸਨਾਤਨ ਧਰਮ ਦੇ ਅੰਦਰ, ਮਨੁ ਸਿਮਰਤੀ ਦੇ ਅੰਦਰ ਵਰਨ ਵੰਡ ਦੇ ਅਨੁਸਾਰ ਭਗਤ ਜੀ ਦਾ ਜਨਮ ਉਹ ਛੋਟੀ ਯਾਤ ਵਿੱਚ ਮੰਨਦੇ ਨੇ, ਜਦ ਕਿ ਗੁਰੂ ਘਰ ਵਿੱਚ ਇਹ ਗੱਲ ਪ੍ਰਵਾਨ ਨਹੀਂ। ਗੁਰੂ ਘਰ ਦੇ ਅੰਦਰ ਉਹ ਜੀਵਨ ਮਹਾਨ ਹੈ, ਉਹ ਮਨੁੱਖ ਮਹਾਨ ਹੈ, ਉਹ ਕੁਲ ਮਹਾਨ ਹੈ, ਜਿਸ ਕੁਲ ਦੇ ਅੰਦਰ ਗੁਰਮੁਖ ਦਾ ਜਨਮ ਹੋਇਆ, ਜਿਸ ਕੁਲ ਦੇ ਅੰਦਰ ਭਗਤ ਦਾ ਜਨਮ ਹੋਇਆ, ਸੂਰਮੇ ਦਾ ਜਨਮ ਹੋਇਆ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਜਨਮ ਦਿਹਾੜਾ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ। ਸੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਮਹਿਮਾ ਤੇ ਵਡਿਆਈ ਦਾ ਜ਼ਿਕਰ ਕਰਦੇ ਹਾਂ। ਜਦੋਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਇਹਨਾਂ ਪਾਵਨ ਪੰਕਤੀਆਂ ਅੰਦਰ ਸਾਰਾ ਕੁਝ ਸਪਸ਼ਟ ਹੋ ਜਾਂਦਾ ਹੈ। ਪਿਆਲੇ ਕੀ ਨੇ ਸੰਗਤ ਜੀ? ਸਤ, ਸੰਤੋਖ, ਦਇਆ, ਧਰਮ, ਧੀਰਜ। ਇਹ ਕਿੱਥੋਂ ਪਿਆਲੇ ਬਖਸ਼ਿਸ਼ ਹੋਏ? ਪੰਜ ਪੀਰ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ, ਉਸ ਬਖਸ਼ਿਸ਼ ਦੇ ਵਿੱਚੋਂ ਇਹ ਪਿਆਰ ਦੇ ਪਿਆਲੇ ਮਹਾਰਾਜ ਨੂੰ ਪ੍ਰਾਪਤ ਹੋਏ। ਔਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਪਾਵਨ ਕੁੱਖ ਤੋਂ, ਪਿਤਾ ਧੰਨ ਗੁਰਦੇਵ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਹੋਇਆ। ਆਪਾਂ ਸਾਰੇ ਸਾਖੀ ਜਾਣਦੇ ਹਾਂ ਕਿਵੇਂ ਮਹਾਰਾਜ ਨੇ ਬਖਸ਼ਿਸ਼ਾਂ ਵਰਤਾਈਆਂ, ਕਿਵੇਂ ਸਤਿਗੁਰਾਂ ਦਾ ਹੁਕਮ ਮੰਨ ਕੇ ਮਾਤਾ ਗੰਗਾ ਜੀ ਬੀੜ ਦੀ ਧਰਤੀ ਤੇ, ਉਸ ਪਾਵਨ ਧਰਤੀ ਤੇ, ਜਿਸ ਧਰਤੀ ਨੂੰ ਗੁਰੂ ਦੇ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਸ਼ੋਭ ਪ੍ਰਾਪਤ ਹੋ ਰਹੀ ਸੀ,
ਬਾਬਾ ਜੀ ਦੇ ਪਾਸੋਂ ਅਰਦਾਸ ਬੇਨਤੀ ਕਰਵਾਉਣ ਲਈ ਗਏ। ਅਰਦਾਸ ਹੋਈ, ਗੁਰਮੁਖਾਂ ਨੇ ਪ੍ਰਸ਼ਾਦਾ ਛਕਿਆ, ਭਾਵਨਾ ਨਾਲ ਇਹ ਬਚਨ ਕਹੇ, ਰੁਪੇ ਛਕੇ ਹਮ ਜੈਸ ਮਰੋਰੇ, ਤੁਰਕ ਸੀਸ ਬਹੁ ਤੈਸੇ ਫੋਰੇ। ਰੁਪੇ ਹੈ ਪਿਆਜ਼, ਜਿਸ ਨੂੰ ਗੰਢਾ ਆਪਾਂ ਪੰਜਾਬੀ ਵਿੱਚ ਆਖਦੇ ਹਾਂ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਜਿਵੇਂ ਅਸੀਂ ਇਸ ਗੰਢੇ ਨੂੰ ਭੰਨਿਆ ਹੈ, ਤੁਹਾਡੇ ਗ੍ਰਹਿ, ਤੁਹਾਡੇ ਘਰ ਦੇ ਵਿੱਚ ਤੁਮਰੇ ਗ੍ਰਹਿ ਪ੍ਰਗਟੇਗਾ ਵੱਡ ਜੋਧਾ, ਜਾ ਕੋ ਬਲ ਗੁਣ ਨ ਕਿਨਹੂ ਸੋਧਾ। ਐਸਾ ਮਹਾਨ ਯੋਧਾ ਪ੍ਰਗਟ ਹੋਵੇਗਾ ਜਿਸ ਦਾ ਬਲ ਮਹਾਨ ਹੋਵੇਗਾ। ਸੋ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। 11 ਸਾਲ ਦੀ ਆਯੂ ਸੀ ਮਹਾਰਾਜ ਦੀ। ਪਿਤਾ ਧੰਨ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ। ਸਤਿਗੁਰਾਂ ਦੀ ਸ਼ਹਾਦਤ ਤੋਂ ਪਹਿਲਾਂ ਹੀ, ਸਤਿਗੁਰਾਂ ਦੇ ਜੀਵਨ ਦੌਰਾਨ ਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਘਰ ਵਿੱਚੋਂ ਤਾਏ ਪਿਰਥੀ ਚੰਦ ਨੇ ਬਹੁਤ ਸਾਰੇ ਹਮਲੇ ਕੀਤੇ, ਦਾਈ ਦੇ ਰਾਹੀਂ, ਸੁਪੇਰੇ ਦੇ ਰਾਹੀਂ, ਔਰ ਜ਼ਹਿਰ ਦੇਣ ਦਾ ਵੀ ਯਤਨ ਕੀਤਾ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰ ਸਮੇਂ ਇਹੀ ਉਪਦੇਸ਼ ਬਖਸ਼ੇ ਕਿ ਉਸ ਕਰਤੇ ਨੇ, ਪਰਮੇਸ਼ਰ ਨੇ, ਵਾਹਿਗੁਰੂ ਨੇ ਹੀ ਸਾਡੀ ਲਾਜ ਰੱਖੀ ਹੈ, ਸਾਡੀ ਇੱਜ਼ਤ ਰੱਖੀ ਹੈ। ਕਿਉਂਕਿ ਮਹਾਰਾਜ ਦੇ ਇਹ ਵੀ ਬਚਨ ਨੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਉੱਥੇ ਮਹਾਰਾਜ ਕਹਿੰਦੇ, ਗੁੱਜੀ ਛੰਦੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਗੁਰੂ ਨਾਨਕ ਨੇ ਇਹ ਦਾਤ ਦਿੱਤੀ। ਇਸ ਦਾਤ ਦੀ ਰੱਖਿਆ, ਇਸ ਦਾਤ ਦੀ ਇੱਜ਼ਤ ਤੇ ਪੈਜ ਵੀ ਸਦਾ ਗੁਰੂ ਨਾਨਕ ਆਪ ਰੱਖਦੇ ਨੇ। ਔਰ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਨਸ਼ੀਨ ਹੋਏ ਨੇ। ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ। ਅੱਜ ਮਹਾਰਾਜ ਨੇ ਐਲਾਨ ਕੀਤਾ ਸੰਗਤ ਜੀ ਕਿ 2 ਤਲਵਾਰਾਂ ਦੀ ਜੋ ਪ੍ਰਥਾ ਹੈ, ਮੀਰੀ ਤੇ ਪੀਰੀ, ਸੰਤ ਤੇ ਸਿਪਾਹੀ। ਜੇ ਧਰਮ ਦੀ ਗੱਲ ਹੈ ਤਾਂ ਧਰਮ ਦੇ ਲਈ ਨਾਲ ਮਨੁੱਖ ਨੂੰ ਰਾਜ ਸੱਤਾ ਵੀ ਚਾਹੀਦੀ ਹੈ। ਰਾਜ ਸੱਤਾ ਵੀ ਉਹ ਪ੍ਰਵਾਨ ਹੈ ਜਿੱਥੇ ਧਰਮ ਹੈ। ਧਰਮ ਦੇ ਅਧੀਨ ਜਿਹੜੀ ਰਾਜ ਸੱਤਾ ਹੈ ਸੰਗਤ ਜੀ, ਉੱਥੇ ਕਦੀ ਜ਼ੁਲਮ ਨਹੀਂ ਹੋਏਗਾ, ਉੱਥੇ ਪਾਪ ਨਹੀਂ ਹੋਏਗਾ, ਉੱਥੇ ਜਰਵਾਣੇ ਨਹੀਂ ਹੋਣਗੇ। ਔਰ ਇਹੀ ਕਾਰਨ ਸੀ ਮਹਾਰਾਜ ਕਹਿੰਦੇ, ਰਾਜ ਤਾਂ ਸੰਸਾਰ ਤੇ ਲੋਕ ਕਰਦੇ ਨੇ, ਰਾਜ ਦੇ ਅੰਦਰ ਹੰਕਾਰ ਹੈ, ਰਾਜ ਦੇ ਅੰਦਰ ਹਉਮੈ ਹੈ, ਰਾਜ ਦੇ ਅੰਦਰ ਲੋਕਾਂ ਨੂੰ ਨਿਆਂ ਨਹੀਂ ਅਨਿਆਂ ਹੋ ਰਿਹਾ ਹੈ ਦੁਨੀਆ ਦੇ ਨਾਲ। ਇਸੇ ਲਈ ਮਹਾਰਾਜ ਨੇ ਧਰਮ ਦੇ ਖੇਤਰ ਵਿੱਚ ਵੀ ਸਤਿਗੁਰਾਂ ਨੇ ਕਿਰਪਾ ਕੀਤੀ। ਔਰ ਮੀਰੀ ਦੀ ਤਾਂ ਗੱਲ ਚੱਲਦੀ ਸੀ, ਮਹਾਰਾਜ ਨੇ ਪੀਰੀ ਦੇ ਨਾਲ ਮੀਰੀ ਦੀ, ਜਿੱਥੇ ਮਹਾਰਾਜ ਦੇ ਘਰ ਵਿੱਚ ਪੀਰੀ ਦੀ ਗੱਲ ਸੀ, ਉੱਥੇ ਸੰਤ ਦੀ ਗੱਲ ਸੀ। ਮਹਾਰਾਜ ਨੇ ਸਿਪਾਹੀ ਦੀ। ਇਹ ਸਿਧਾਂਤ ਗੁਰੂ ਨਾਨਕ ਦੇ ਦਰ ਦਾ ਸੀ ਸੰਗਤ ਜੀ। ਕੁਝ ਲੋਕਾਂ ਨੇ ਉਸ ਸਮੇਂ ਇਸ ਤਰ੍ਹਾਂ ਦੀਆਂ ਆਣ ਕੇ ਗੱਲਾਂ ਵੀ ਮਾਤਾ ਜੀ ਨੂੰ ਕਹੀਆਂ, ਪਰਿਵਾਰ ਵਿੱਚ ਹੋਈਆਂ, ਗੁਰਸਿੱਖਾਂ ਨੂੰ ਆਖੀਆਂ ਕਿ ਗੁਰੂ ਨਾਨਕ ਦੇ ਘਰ ਦੀ ਰੀਤੀ ਨੂੰ, ਗੁਰੂ ਨਾਨਕ ਦੇ ਘਰ ਦੀ ਨੂੰ, ਮਰਜ਼ਾਦਾ ਨੂੰ ਤੋੜ ਦਿੱਤਾ। ਮਹਾਰਾਜ ਨੇ ਆਪਣੇ ਨਾਲ ਸ਼ਿਕਾਰੀ ਕੁੱਤੇ ਰੱਖ ਲਏ ਨੇ, ਮਹਾਰਾਜ ਨੇ ਬਾਜ ਰੱਖ ਲਿਆ ਹੈ, ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਰੱਖ ਲਏ ਨੇ, ਸ਼ਸਤਰ ਰੱਖ ਲਏ ਨੇ। ਮਹਾਰਾਜ ਦੇ ਦਰ ਦੇ ਸੇਵਕ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇਹ ਸਾਡਾ ਭਰੋਸਾ ਹੈ, ਇਹ ਵਿਸ਼ਵਾਸ ਹੈ, ਇਹ ਸਾਡੇ ਅੰਦਰ ਦ੍ਰਿੜ ਨਿਸ਼ਚਾ ਹੈ। ਇਹ ਘੋੜੇ, ਇਹ ਸ਼ਸਤਰ, ਇਹ ਬਾਜ, ਇਹ ਦੁਨੀਆ ਨੂੰ ਸਦਾ ਨਿਆਂ ਦੇਣਗੇ ਔਰ ਨਿਆਂ ਮਿਲਦਾ ਰਹੇਗਾ। ਇਹੀ ਕਾਰਨ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ ਸੀ, ਆਓ ਗੁਰੂ ਨਾਨਕ ਦੇ ਘਰ ਵਿੱਚ ਜਿੰਨੇ ਆਉਣਾ ਹੈ ਚੰਗੇ ਸ਼ਸਤਰ ਤੇ ਘੋੜੇ ਲੈ ਕੇ ਆਓ। ਔਰ ਮਹਾਰਾਜ ਦੇ ਦਰ ਤੇ ਨੌਜਵਾਨ ਗੁਰੂ ਕੇ ਪਿਆਰ ਵਾਲੇ ਸਿੱਖ ਆਏ। ਮਹਾਰਾਜ ਨੇ 4-5 ਫੌਜਾਂ ਦੇ ਜਥੇ ਬਣਾ ਦਿੱਤੇ। ਭਾਈ ਬਿਧੀ ਚੰਦ ਜੀ ਔਰ ਭਾਈ ਜੇਠਾ ਜੀ ਵਰਗੇ ਮਹਾਨ ਯੋਧਿਆਂ ਨੂੰ ਉਹਨਾਂ ਦੇ ਆਗੂ ਥਾਪਿਆ।
ਇਸ ਤਰ੍ਹਾਂ ਮਹਾਰਾਜ ਨੇ 4 ਵੱਡੇ ਧਰਮ ਯੁੱਧ ਜਿਹੜੇ ਨੇ ਉਹ ਲੜੇ। ਉਹਦੇ ਵਿੱਚ ਅੰਮ੍ਰਿਤਸਰ ਦੀ ਪਹਿਲੀ ਜੰਗ ਹੈ। ਇਸੇ ਤਰ੍ਹਾਂ ਹਰਗੋਬਿੰਦਪੁਰ, ਮਾਲਵੇ ਦੀ ਧਰਤੀ ਤੇ ਗੁਰੂਸਰ ਦੀ, ਔਰ ਇੱਧਰ ਕਰਤਾਰਪੁਰ ਦੀ ਜੰਗ। ਮਹਾਰਾਜ ਨੇ ਹਰ ਯੁੱਧ ਦੇ ਅੰਦਰ ਸੰਗਤ ਜੀ ਧਰਮ ਤੇ ਰਾਜ ਦੀ ਗੱਲ ਕੀਤੀ। ਮਹਾਰਾਜ ਨੇ ਨਿਆਂ ਦੀ ਗੱਲ ਕੀਤੀ ਹੈ। ਜਦੋਂ ਸ਼੍ਰੀ ਹਰਗੋਬਿੰਦਪੁਰ ਦਾ ਯੁੱਧ ਹੋ ਰਿਹਾ ਸੀ ਤਾਂ ਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਭਾਈ ਬਿਧੀ ਚੰਦ ਸਾਹਿਬ ਜੀ ਨੇ ਚੰਦੂ ਦਾ ਪੁੱਤਰ ਕਰਮ ਚੰਦ ਤੇ ਦੂਸਰੇ ਪਾਸੇ ਨਾਲ ਹੀ ਘੇਰੜ ਦਾ ਪੁੱਤਰ ਰਤਨ ਚੰਦ ਸੀ। ਚੰਦੂ ਦੇ ਪੁੱਤਰ ਨੂੰ ਭਾਈ ਬਿਧੀ ਚੰਦ ਨੇ ਜਿਉਂਦੇ ਜੀ ਫੜ ਕੇ ਮਹਾਰਾਜ ਦੇ ਕੋਲ ਲੈਣ ਦਾ ਕਹਿਣ ਲੱਗੇ, ਮਹਾਰਾਜ ਇਹੀ ਹੈ ਜਿਹਦੇ ਪਿਤਾ ਨੇ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹੁਤ ਸਾਰੇ ਤਸੀਹੇ ਦਵਾ ਕੇ ਸ਼ਹੀਦ ਕਰਵਾਇਆ ਸੀ। ਇਸ ਨੂੰ ਹੁਣ ਮੌਤ ਦੀ ਸਜ਼ਾ ਦਿੱਤੀ ਜਾਵੇ। ਮਹਾਰਾਜ ਕਹਿਣ ਲੱਗੇ ਨਹੀਂ, ਇਹਨੂੰ ਧਰਮ ਯੁੱਧ ਦੇ ਅੰਦਰ ਹੀ ਬਣਦਾ, ਇਹਦੀ ਸਜ਼ਾ ਜਿਹੜੀ ਦਿੱਤੀ ਜਾਏਗੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਨੂੰ ਛੱਡ ਦਿੱਤਾ ਔਰ ਯੁੱਧ ਦੇ ਅੰਦਰ ਗੁਰੂ ਦੇ ਸੂਰਮਿਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਉੱਥੇ ਉਸ ਦੇ ਬਚਨ ਜਿਹੜੇ ਬੋਲ ਨੇ ਭਾਵਨਾ ਵਿੱਚ ਭਿੱਜੇ ਚੰਦੂ ਦੇ ਪੁੱਤਰ ਦੇ, ਕਹਿਣ ਲੱਗਾ, ਦੀਨ ਦਿਆਲ ਗੁਰੂ ਸਮ ਨਾਹੀ, ਦੇਖੋ ਤੀਨ ਖੋਜ ਕੇ ਮਾਹੀ। ਗੁਰੂ ਵਰਗਾ ਕੋਈ ਦਿਆਲੂ ਨਹੀਂ, ਗੁਰੂ ਵਰਗਾ ਕੋਈ ਕਿਰਪਾਲੂ ਨਹੀਂ, ਬਖਸ਼ਿੰਦ ਨਹੀਂ। ਮਹਾਰਾਜ ਮਾਲਵੇ ਦੀ ਧਰਤੀ ਅੰਦਰ ਯੁੱਧ ਦੇ ਅੰਦਰ ਮੈਦਾਨ ਵਿੱਚ ਨੇ। ਕਾਬਲ ਤੋਂ ਸੂਈਆ ਆਉਂਦਾ ਹੈ, ਲੱਲਾ ਬੇਗ ਦਾ ਭੇਜਿਆ ਹੋਇਆ ਦੂਤ ਹਸਨ ਖਾਂ ਆਉਂਦਾ ਹੈ। ਮਹਾਰਾਜ ਦੇ ਦਰ ਦੀ ਰਿਪੋਰਟ ਲੈ ਕੇ ਵਾਪਸ ਪਹੁੰਚਦਾ ਹੈ। ਗੁਰੂ ਕੇ ਦਰ ਦੀ ਮਹਿਮਾ ਤੇ ਵਡਿਆਈ ਦੀ ਗੱਲ ਦੱਸਦਾ ਹੈ। ਹਾਕਮਾਂ ਨੂੰ ਇਹ ਗੱਲ ਪਸੰਦ ਨਾ ਆਈ, ਆਪਣੇ ਦਰਬਾਰ ਵਿੱਚੋਂ ਧੱਕੇ ਮਾਰ ਕੇ ਕੱਢਿਆ। ਗੁਰੂ ਕੇ ਦਰ ਤੇ ਆਇਆ। ਮਹਾਰਾਜ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਫੇਰ ਭੇਦ ਲੈਣ ਆਇਆ, ਤੁਸੀਂ ਇਸ ਦੀਆਂ ਗੱਲਾਂ ਵਿੱਚ ਵਿਸ਼ਵਾਸ ਨਾ ਕਰੋ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਗੁਰੂ ਨਾਨਕ ਦੇ ਦਰ ਤੇ ਆਇਆ ਹੈ। ਔਰ ਮਹਾਰਾਜ ਨੇ ਇੱਕ ਦੱਸਦੇ ਨੇ ਬਖਸ਼ਿਸ਼ ਰੂਪ ਸਿਰਪਾਓ ਜਦੋਂ ਦਿੱਤਾ, ਕਹਿਣ ਲੱਗੇ ਜਾ ਤੈਨੂੰ ਰਾਜ ਭਾਗ ਮਿਲੇਗਾ। ਸੰਗਤ ਜੀ ਉਸ ਮੈਦਾਨੇ ਜੰਗ ਦੇ ਅੰਦਰ ਜਿਹੜਾ ਆਇਆ ਹੋਇਆ ਸ਼ਾਹਜਹਾਨ ਦਾ ਆਗੂ ਲੱਲਾ ਬੇਗ ਸੀ, ਮਹਾਰਾਜ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਔਰ ਉਹੀ ਕਾਰਨ ਬਣਿਆ ਕਿ ਕਾਬਲ ਦਾ ਸੂਬੇਦਾਰ ਉਸ ਹਸਨ ਦੂਤ ਨੂੰ, ਜਿਹੜਾ ਹਸਨ ਖਾਂ ਦੂਤ ਸੀ, ਉਸ ਨੂੰ ਸ਼ਾਹਜਹਾਨ ਨੇ ਥਾਪ ਦਿੱਤਾ। ਇਸ ਤਰ੍ਹਾਂ ਮਹਾਰਾਜ ਵਡਿਆਈਆਂ ਦਿੰਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬੜ ਯੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਯੋਧੇ ਨੇ ਪਰ ਉਪਕਾਰੀ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਮੈਦਾਨੇ ਜੰਗ ਦੀ ਸਮਾਪਤੀ ਤੋਂ ਬਾਅਦ ਇਹ ਗੱਲ ਕਰਦੇ ਨੇ ਕਿ ਆਓ ਕੋਈ ਗੁਰੂ ਦਾ ਪਿਆਰਾ ਸਿੱਖ ਹੈ ਜਿਹੜਾ ਗੁਰੂ ਨਾਨਕ ਦੀ ਪਾਵਨ ਬਾਣੀ ਨੂੰ ਸ਼ੁੱਧ ਰੂਪ ਅੰਦਰ ਪੜ੍ਹੇ, ਤਾਂ ਇਤਿਹਾਸ ਕਹਿੰਦਾ ਭਾਈ ਗੋਪਾਲਾ ਜੀ ਨੇ ਮਹਾਰਾਜ ਦੇ ਪਾਵਨ ਦਰ ਤੇ ਹਾਜ਼ਰ ਹੋ ਕੇ ਬਾਣੀ ਪੜ੍ਹਨੀ ਆਰੰਭ ਕੀਤੀ। ਸਾਖੀ ਆਪਾਂ ਸੁਣੀ ਹੈ ਕਿ ਮਨ ਵਿੱਚ ਇਹ ਸੰਕਲਪ ਆਇਆ, ਘੋੜੇ ਤੇ ਚੰਗੀ ਸੋਨੇ ਦੀ ਆਈ ਹੋਈ ਭੇਟਾ ਜਿਹੜੀ ਕਾਠੀ ਸੀ, ਮਹਾਰਾਜ ਕਹਿੰਦੇ ਨੇ ਆਪਣਾ ਸਿੰਘਾਸਨ ਛੱਡਣ ਨੂੰ ਤਿਆਰ ਹੋ ਗਏ। ਪਰ ਉਹਦੀ ਭਾਵਨਾ ਅਨੁਸਾਰ ਉਸ 'ਤੇ ਵੀ ਬਖਸ਼ਿਸ਼ਾਂ ਕੀਤੀਆਂ। ਸਾਰੇ ਮਹਾਰਾਜ ਦੇ ਵੱਡ ਗੁਣ ਨੇ, ਵੱਡ ਪਰ ਉਪਕਾਰ ਨੇ। ਔਰ ਮਹਾਬਲੀ ਸਤਿਗੁਰੂ ਨੇ ਸਭ ਤੋਂ ਵੱਡਾ ਪਰ ਉਪਕਾਰ ਉਹਨਾਂ 52 ਕੈਦੀ ਰਾਜਿਆਂ ਨੂੰ ਰਿਹਾ ਕਰਵਾਉਣਾ ਸੀ। ਸੋ ਰਹੋ ਵਿਚਾਰ, ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਦਾ ਉਹ ਪ੍ਰਤੱਖ ਸਰੂਪ ਨੇ, ਉਹੀ ਜੋਤ ਨੇ, ਉਹੀ ਜੁਗਤ ਨੇ। ਔਰ ਇਸੇ ਜੋਤ ਤੇ ਜੁਗਤ ਦੀ ਗੱਲ ਮਹਾਰਾਜ ਦੇ ਪਾਵਨ ਦਰ ਤੇ ਗੁਰੂ ਕੇ ਪਿਆਰੇ ਰਬਾਬੀਆਂ ਨੇ ਕੀਤੀ, ਭੱਟਾਂ ਨੇ ਕੀਤੀ। ਸੋ ਆਓ ਸਾਧ ਸੰਗਤ ਜੀ, ਸਤਿਗੁਰਾਂ ਦੇ ਪੁਰਬ ਦੀਆਂ ਆਪ ਜੀ ਨੂੰ ਵਧਾਈਆਂ। ਮਹਾਰਾਜ ਦੇ ਅੱਜ ਦੇ ਜੋ ਪਾਵਨ ਵਡਿਆਈ ਭਰੇ ਬਚਨ ਨੇ ਭੱਟਾਂ ਦੇ, ਉਹਨਾਂ ਪਾਵਨ ਬਚਨਾਂ ਨਾਲ ਜੁੜੀਏ। ਮਹਾਰਾਜ ਦੀ ਵਡਿਆਈ ਵਿੱਚ ਕਹੇ ਹੋਏ ਪਾਵਨ ਬਚਨਾਂ ਦੇ ਨਾਲ ਮਾਲਕ ਦੀ ਬਖਸ਼ਿਸ਼ ਨੂੰ ਔਰ ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਤੇ ਸ਼ੋਭਾ ਨੂੰ ਕਿਵੇਂ ਭੱਟਾਂ ਨੇ ਕਲਮਬੰਦ ਕੀਤਾ, ਪਿਆਰ ਤੇ ਸ਼ਰਧਾ ਨਾਲ ਜੁੜਦਿਆਂ ਹੋਇਆ ਇੱਕ ਵਾਰ ਜਪੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਦੁੱਤੀ ਸਿਰਜਨਾਤਮਕ ਪਾਰ ਬ੍ਰਹਮ ਪਰਮੇਸ਼ਰ ਇੱਕ ਹੈ। ਉਸ ਇੱਕ ਦੀ ਪ੍ਰਾਪਤੀ, ਇੱਕ ਦਾ ਗਿਆਨ
ਗੁਰੂ ਬਖਸ਼ਿਸ਼ ਦੁਆਰਾ ਹੁੰਦਾ ਹੈ। ਔਰ ਸਵਈਏ ਮਹੱਲੇ ਦੂਜੇ ਕੇ ਇਹ ਆਰੰਭ ਹੋ ਰਹੇ ਜੋ ਸਵਈਆਂ ਦੇ ਸਰਲੇਖ ਹੇਠ ਅੰਮ੍ਰਿਤ ਬਚਨ ਨੇ, ਇਹ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਵਨ ਜੀਵਨ, ਉਹਨਾਂ ਦੀ ਮਹਿਮਾ ਨੂੰ ਦਰਸਾ ਰਹੇ ਨੇ ਜੀ। ਸੋਈ ਪੁਰਖ ਧੰਨ ਕਰਤਾ, ਕਾਰਣ ਕਰਤਾਰ ਕਰਨ ਸਮਰਥੋ। ਉਹ ਪਰਮੇਸ਼ਰ ਵਾਹਿਗੁਰੂ ਪੁਰਖ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ, ਸਰਬ ਕਲਾ ਸੰਪੰਨ ਸਤਿਗੁਰੂ ਹੈ। ਸਭ ਕਹਿੰਦੇ ਉਹ ਕਰਤਾਰ ਸਰਬ ਵਿਆਪਕ ਹਰੀ ਪਰਮੇਸ਼ਰ ਜਿਹੜਾ ਧੰਤਾ ਦੇ ਯੋਗ ਹੈ। ਧੰਨ ਹੈ ਪਰਮੇਸ਼ਰ ਵਾਹਿਗੁਰੂ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸ੍ਰਿਸ਼ਟੀ ਦਾ ਮੂਲ ਕਾਰਨ ਪਰਮੇਸ਼ਰ ਆਪ ਹੈ ਜੀ। ਕਾਰਨ ਕਰਤਾਰ ਕਰਨ ਸਮਰੱਥੋ, ਸਤਿਗੁਰੂ ਧੰਨ ਨਾਨਕ ਮਸਤਕ ਧਰਿਓ ਤੁਮ ਜਿਨ ਹੱਥੋ। ਮਹਾਰਾਜ ਕਿਰਪਾ ਕਰਦੇ ਨੇ ਔਰ ਭੱਟ ਕਹਿੰਦੇ ਨੇ ਧੰਨ ਗੁਰੂ ਨਾਨਕ ਨੇ। ਗੁਰੂ ਅੰਗਦ ਦੇ ਮਹਾਰਾਜ ਦੇ ਮੱਥੇ ਤੇ ਬਖਸ਼ਿਸ਼ ਦਾ ਜਿਹੜਾ ਹੱਥ ਹੈ, ਮਿਹਰ ਦਾ ਹੱਥ ਹੈ, ਉਹ ਰੱਖਿਆ ਔਰ ਐਸੀ ਕਿਰਪਾ ਹੋਈ। ਨਾਮ ਅੰਮ੍ਰਿਤ ਜਲ ਦੀ ਜਿਹੜੀ ਸ਼ਹਿਬਰ ਹੈ ਹਿਰਦੇ ਦੇ ਅੰਦਰ ਫੁੱਟ ਪਈ। ਕੋਈ ਸ਼ੱਕ ਨਹੀਂ ਸੰਗਤ ਜੀ, ਗੁਰੂ ਨਾਨਕ ਦੀ ਉਸ ਬਖਸ਼ਿਸ਼ ਰੂਪੀ ਮਿਹਰ ਦਾ ਹੱਥ ਜਿਹੜਾ ਸੀ ਮਹਾਰਾਜ ਦੇ ਸਿਰ ਤੇ ਟਿਕਿਆ। ਇਹੀ ਕਾਰਨ ਸੀ ਜਿਹੜਾ ਭਾਈ ਲਹਿਣਾ ਦੇਵੀ ਦਾ ਪੁਜਾਰੀ ਬਣ ਕੇ ਹਰ ਸਾਲ ਜਾਂਦਾ ਸੀ, ਇਸ ਵਾਰ ਗੁਰੂ ਨਾਨਕ ਦੇ ਦਰ ਤੇ ਰੁਕਿਆ, ਗੁਰੂ ਨਾਨਕ ਦੇ ਦਰ ਦਾ ਬਣ ਗਿਆ। ਗੁਰੂ ਨਾਨਕ ਦੇ ਦਰ ਦੀ ਕਿਰਪਾ ਹੋ ਗਈ ਔਰ ਮਹਾਰਾਜ ਦੀ ਐਸੀ ਬਖਸ਼ਿਸ਼ ਹੋਈ, ਐਸੀ ਰਹਿਮਤ ਹੋਈ। ਤਾਂ ਧਰਿਓ ਮਸਤਕ ਹੱਥ ਸਾਹਿਜ, ਅਮਿਓ ਉਠੋ ਛੱਜ। ਸੋਰ ਨਾਰ ਗਾਣ ਮਨ ਬੋਹੇ ਅਗਾਜ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ। ਇਸ ਤਰ੍ਹਾਂ ਭੱਟ ਜੀ ਦੇ ਪਾਵਨ ਬਚਨ ਨੇ ਕਿ ਗੁਰੂ ਨਾਨਕ ਨੇ ਇਹ ਕਿਰਪਾ ਕੀਤੀ ਹੈ, ਗੁਰੂ ਨਾਨਕ ਨੇ ਇਹ ਮਿਹਰ ਕੀਤੀ ਹੈ ਕਿ ਮਨੁੱਖ ਗਣ ਤੇ ਰਿਸ਼ੀ ਮੁਨੀ ਪ੍ਰਤੱਖ ਤੌਰ ਤੇ ਸਾਰੇ, ਹੇ ਗੁਰੂ ਅੰਗਦ ਦੇ ਮਹਾਰਾਜ ਤੂੰ ਸਾਰਿਆਂ ਨੂੰ, ਮਹਾਰਾਜ ਨੇ ਜੋ ਬਲ ਬਖਸ਼ਿਆ, ਜੋ ਬਲ ਵਿਖਾਇਆ ਹੈ, ਉਹ ਸਾਰਾ ਨਾਸ਼ ਕਰ ਦਿੱਤਾ ਔਰ ਆਪਣੇ ਮਨ ਦੀ ਜਿਹੜੀ ਭਟਕਣਾ ਸੀ ਉਸ ਨੂੰ ਰੋਕ ਲਿਆ। ਜਿਹੜੇ ਵਿਕਾਰ ਸਨ ਮਨ ਦੇ ਅੰਦਰ ਉਹਨਾਂ ਤੇ ਜੇਤੂ ਹੋ ਗਏ। ਇਹ ਸਾਰਾ ਕੁਝ ਕਾਬੂ ਵਿੱਚ ਆ ਗਿਆ। ਕਿਵੇਂ? ਜਦੋਂ ਗੁਰੂ ਨਾਨਕ ਨੇ ਮਸਤਕ ਤੇ ਹੱਥ ਮਿਹਰ ਦਾ ਰੱਖਿਆ, ਮਾਲਕ ਨੇ ਕਿਰਪਾ ਕੀਤੀ। ਮਾਰਿਓ ਕੰਟਕ ਕਾਲ ਗਰਜ, ਧਾਵਤ ਲੀਓ ਬਰਜ। ਪੰਚ ਭੂਤ ਏਕ ਘਰ, ਰਾਖ ਲੈ ਸਮਝ। ਔਰ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਔਰ ਵਿਦਵਾਨਾਂ ਨੇ ਐਸਾ ਲਿਖਿਆ ਹੈ ਕਿ ਮਨ ਨੂੰ ਕਾਬੂ ਵਿੱਚ ਕੀਤਾ, ਮਨ ਤੇ ਕਾਬੂ ਪਾਇਆ ਔਰ ਮਨ ਤੇ ਕਾਬੂ ਪਾਉਣਾ ਹੀ ਸੰਗਤ ਜੀ ਇਹ ਜੇਤੂ ਹੋਣਾ ਹੈ ਜੀਵਨ ਦੇ ਅੰਦਰ। ਜਗ ਜਿੱਤੋ ਗੁਰਦੁਆਰ, ਖਿਲੈ ਸਮਤ ਸਾਰ। ਰਤ ਉਨ ਮਨ ਲਿਵ ਰਾਖ ਨਿਰੰਕਾਰ। ਜਿੱਤ ਲਿਆ ਸਤਿਗੁਰੂ ਦੇ ਦਰ ਤੋਂ। ਗੁਰੂ ਦੇ ਦਰ ਤੇ ਆ ਕੇ ਮਹਾਰਾਜ ਕਹਿੰਦੇ ਨੇ ਕੀ ਕਰਨਾ ਸੀ? ਸਾਰਿਆਂ ਨੂੰ ਇੱਕ ਦ੍ਰਿਸ਼ਟੀ ਦੇ ਨਾਲ ਦੇਖਣਾ, ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਨਿਹਾਰਨਾ। ਖਿਲੈ ਸਮਤ ਸਾਰ। ਔਰ ਇਸ ਤਰ੍ਹਾਂ ਸਮਤ ਸਾਰ, ਸਮਤਾਂ ਦੀ ਬਾਜੀ, ਇੱਕ ਬਾਜੀ, ਇੱਕ ਖੇਲ ਹੈ ਜਿਸ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਔਰ ਮਹਾਰਾਜ ਕਹਿੰਦੇ ਇਹ ਸਾਡੇ ਲਈ ਖੇਲ ਕੀ ਸੀ? ਇੱਕ ਬਰਾਬਰਤਾ, ਸਾਰਿਆਂ ਨੂੰ ਬਰਾਬਰਤਾ ਨਾਲ ਵੇਖਣਾ। ਔਰ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਨਾਨਕ ਦੇ ਦਰ ਤੇ ਆਣ ਕੇ ਜਗਤ ਨੂੰ, ਸੰਸਾਰ ਨੂੰ ਜਿੱਤ ਲਿਆ ਔਰ ਸੰਸਾਰ ਦੀ ਜਿਹੜੀ ਬਾਜੀ ਹੈ ਉਸ ਤੇ ਜੇਤੂ ਹੋਏ। ਭਾਵ ਕਿ ਦ੍ਰਿਸ਼ਟੀ ਦੇ ਨਾਲ ਇੱਕ ਪਿਆਰ ਦੀ ਦ੍ਰਿਸ਼ਟੀ ਔਰ ਨਿਰੰਕਾਰ ਦੇ ਵਿੱਚ ਲਿਵ ਰੱਖਣ ਦੀ ਜਿਹੜੀ ਭਾਵਨਾ ਸੀ ਔਰ ਜਿਹੜਾ ਪ੍ਰਵਾਹ ਸੀ, ਖਿੜਾਓ ਸੀ ਜੀਵਨ ਦਾ। ਭੱਟ ਕੱਲ ਸਹਾਰ ਜੀ ਦਾ ਇਹ ਪਾਵਨ ਬਚਨ ਹੈ। ਕਹੋ ਕੀਰਤ ਕੱਲ ਸਹਾਰ, ਸਬਤ ਦੀਪ ਮਝਾਰ। ਲਹਿਣਾ ਜਗਤਰ, ਗੁਰ ਪਰਸ ਮੁਰਾਰ। ਭੱਟ ਕੱਲ ਸਹਾਰ ਜੀ ਦੇ ਇਹ ਪਾਵਨ ਬਚਨ,
हे परमेश्वर, हे गुरु नानक, तू तैनू परस के भाव गुरु नानक दी चरनी ला के लहणे दी शोभा सारे संसार विच वध गई। लहणे दी शोभा फैल गई और मालक दी कृपा होई, लहणे पाई नानकू। गुरु नानक ने कृपा कीती, थापिया लहਣਾ ਜੀਵਨ ਦਾ, ਗੁਰਿਆਈ ਸਿਰ ਛਤਰ ਫਿਰਾਇਆ। ਇਸ ਤਰ੍ਹਾਂ ਸੰਗਤ ਜੀ ਗੁਰੂ ਨਾਨਕ ਦੀ ਮਹਿਮਾ ਨੂੰ, ਗੁਰੂ ਨਾਨਕ ਦੀ ਵਡਿਆਈ ਨੂੰ ਭਾਈ ਲਹਿਣੇ ਨੇ ਮਾਣਿਆ ਔਰ ਅੰਗਦ ਬਣ ਗਏ, ਗੁਰੂ ਅੰਗਦ ਹੋਏ। ਔਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਮਹਾਨ ਬਖਸ਼ਿਆ ਤੇ ਮਹਾਨ ਰਹਿਮਤਾਂ ਕੀਤੀਆਂ। ਜਿਹੜੀ ਮਹਾਰਾਜ ਦੀ ਫਿਰ ਦ੍ਰਿਸ਼ਟੀ ਸੀ, ਮਹਾਰਾਜ ਦੀ ਜਿਹੜੀ ਬਖਸ਼ਿਸ਼ ਸੀ, ਉਹ ਸਾਰਾ ਅੱਗੇ ਭੱਟਾਂ ਨੇ ਜੋ ਤੂੰ ਤਾਂ ਜਨਕ ਰਾਜਾ ਅਵਤਾਰ ਆਖਿਆ ਹੈ, ਇਹ ਸਾਰੇ ਬਚਨ ਮਹਾਰਾਜ ਦੀ ਮਹਿਮਾ ਤੇ ਵਡਿਆਈ ਦੇ ਆਉਣਗੇ। ਸੋ ਸਮੇਂ ਅਨੁਸਾਰ ਆਪਾਂ ਮਹਾਰਾਜ ਦੇ ਇਸ ਪਾਵਨ ਬਖਸ਼ਿਸ਼ ਨੂੰ, ਵਡਿਆਈ ਨੂੰ ਮਾਣਾਂਗੇ, ਪੜਾਂਗੇ, ਵਿਚਾਰਾਂਗੇ। ਸੋ ਸੰਗਤ ਜੀ ਸਤਿਗੁਰੂ ਕਿਰਪਾ ਕਰਨ, ਮਹਾਰਾਜ ਦਇਆ ਕਰਨ। ਅਸੀਂ ਸਤਿਗੁਰਾਂ ਦੇ ਪਾਵਨ ਦਰ 'ਤੇ ਸਾਰੇ ਜੁੜਦੇ ਹਾਂ। ਗੁਰੂ ਦਰ 'ਤੇ ਜੁੜਨਾ, ਗੁਰੂ ਦਰ 'ਤੇ ਆਉਣਾ, ਇਹ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਜਿਹੜਾ ਆ ਗਿਆ ਉਹ ਗੁਰੂ ਨਾਨਕ ਦਾ ਹੋ ਗਿਆ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਇਹੀ ਉਪਦੇਸ਼ ਹੈ ਕਿ ਗੁਰੂ ਨਾਨਕ ਨੇ ਜਿਹਦੇ ਮਸਤਕ 'ਤੇ ਬਖਸ਼ਿਸ਼ ਦਾ ਹੱਥ ਰੱਖ ਦਿੱਤਾ, ਉਸ ਨੂੰ ਆਪਣਾ ਬਣਾ ਲਿਆ। ਅੱਜ ਗੁਰੂ ਨਾਨਕ ਪ੍ਰਤੱਖ ਸਾਡੇ ਵਿੱਚ ਮਹਾਰਾਜ ਪ੍ਰਕਾਸ਼ਮਾਨ ਨੇ ਸ਼ਬਦ ਰੂਪ ਅੰਦਰ। ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰ ਨਾਲ ਸਦਾ ਜੁੜੇ ਰਹੀਏ, ਗੁਰੂ ਕੀਆਂ ਬਖਸ਼ਾਂ ਦੇ ਪਾਤਰ ਬਣਦੇ ਰਹੀਏ। ਇੱਕ ਵਾਰ ਫੇਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਭਗਤ ਸਰਮੌਰ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦਾ ਜਨਮ ਬਨਾਰਸ ਦੀ ਧਰਤੀ 'ਤੇ ਹੋਇਆ, ਜਿਨ੍ਹਾਂ ਨੇ ਇਨਕਲਾਬੀ ਸੋਚ ਔਰ ਮਹਾਰਾਜ ਦੀਆਂ ਪਰਮਾਤਮਾ ਦੀਆਂ ਬਖਸ਼ਾਂ ਨੂੰ ਮਾਣਦਿਆਂ ਹੋਇਆਂ ਐਸੇ ਰਹੱਸਮਈ ਬਚਨ ਕਹੇ ਜੋ ਗੁਰਬਾਣੀ ਰੂਪ ਅੰਦਰ ਸਾਡੇ ਪਾਸ ਮਹਾਰਾਜ ਦੀ ਭਗਤ ਸਾਹਿਬ ਜੀ ਦੀ ਉਹ ਬਖਸ਼ਿਸ਼ ਹਾਜ਼ਰ ਹੈ। ਇਸ ਕਰਕੇ ਧੁਰ ਕੀ ਬਾਣੀ ਭਾਵੇਂ ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ, ਨਿਕਟ ਵਰਤੀ ਗੁਰਸਿੱਖਾਂ ਦੀ ਬਾਣੀ ਹੈ। ਇਹ ਧੁਰ ਕੀ ਬਾਣੀ ਇਲਾਹੀ ਬਾਣੀ ਹੈ, ਇਹ ਦਰਗਾਹੀ ਬਾਣੀ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਸਤਿਗੁਰੂ ਜੀ ਕਿਰਪਾ ਕਰਨ ਜੀ। ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰਨੀਆਂ। ਆਓ ਅਗਲੇ ਪ੍ਰੋਗਰਾਮ ਮਾਨਯੋਗ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਵੀਰ ਜੀ ਹੋਰਾਂ ਪਾਸੋਂ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿੱਕੀ ਗੋਦ ਦੀ ਹਾਜ਼ਰੀ ਪਰ ਹੈ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਬੀਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਇਲਾਹੀ ਬਾਣੀ ਦੀ ਕਥਾ ਸਰਵਣ ਕਰਾਈ ਹੈ ਜੀ। ਅਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਜੋ ਹਿਸਟਰੀ ਆ ਉਹਦੇ ਬਾਰੇ ਵੀ ਜਾਣੂ ਕਰਾਇਆ ਜੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਜੀ। ਕੁਝ ਕੁ ਬੇਨਤੀਆਂ ਹੈ ਜੀ। ਇੱਕ ਤਾਂ ਬੇਨਤੀ ਇਹ ਹੈ ਕਿ ਸਾਡੀ ਸੰਗਤ ਨੇ ਕਾਫੀ ਰਿਕੁਐਸਟ ਕੀਤੀ ਸੀ ਕਿ ਸਹਿਜ ਪਾਠ ਜਿਹੜੇ ਪਿਛਲੀ ਵਾਰੀ ਆਰੰਭ ਕੀਤੇ ਸੀ ਅਤੇ ਸੰਪੂਰਨ ਹੋਏ ਸੀ ਸੰਗਤੀ ਰੂਪ ਦੇ ਵਿੱਚ, ਅਤੇ ਦੁਬਾਰਾ ਸ਼ੁਰੂਆਤ ਕਰਨ ਵਾਸਤੇ ਕਮੇਟੀ ਨੂੰ ਕਾਫੀ ਰਿਕੁਐਸਟ ਆਈ ਸੀ। ਅਤੇ ਜੋ ਕਿ ਜੂਨ 5 ਤੋਂ ਆਰੰਭ ਹੋ ਗਏ ਆ, ਸਵੇਰੇ ਅਤੇ ਸ਼ਾਮ ਨੂੰ ਸੰਗਤੀ ਰੂਪ ਦੇ ਵਿੱਚ ਹੁੰਦੇ ਆ, ਅਤੇ ਸਕਰੀਨ ਦੇ ਉੱਤੇ ਨਾਲੋਂ ਨਾਲ ਤੁਸੀਂ ਪੜ੍ਹ ਵੀ ਸਕਦੇ ਹੋ। ਬੇਨਤੀ ਕੀਤੀ ਜਾਂਦੀ ਆਪ ਜੀ ਜ਼ਰੂਰ ਆ ਕੇ ਇਸ ਜੋ ਸੇਵਾ ਕੀਤੀ ਜਾਂਦੀ ਹੈ ਦਾ ਲਾਹਾ ਲਓ। ਸਮਾਂ ਹੈ ਜੀ ਸਵੇਰੇ 9:15 ਤੋਂ ਲੈ ਕੇ 10 ਵਜੇ ਤੱਕ, ਅਤੇ ਸ਼ਾਮ ਨੂੰ 4:45 ਤੋਂ ਲੈ ਕੇ ਅਤੇ 5:30 ਤੱਕ। ਇਹ ਜੀ ਮੰਡੇ ਟੂ ਸੈਟਰਡੇ ਆ ਜੀ, ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ। ਸਾਡੇ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ 25 ਤਰੀਕ ਨੂੰ, ਆਪ ਜੀ ਨੋਟ ਕਰ ਲੈਣਾ। ਜੂਨ 24 ਤੋਂ ਲੈ ਕੇ 26 ਤੱਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ, ਜਿਸ ਨੂੰ ਉਪਰੰਤ ਰੱਖਦੇ ਹੋਏ ਜੀ ਪਾਠ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਕੀਤੀ ਜਾਏਗੀ 24 ਨੂੰ, ਅਤੇ 26 ਨੂੰ ਗੁਰੂ ਮਹਾਰਾਜ ਦੇ ਜੋ ਪਾਠ ਨੇ ਉਹਨਾਂ ਦੀ ਸਮਾਪਤੀ ਹੋਏਗੀ। ਆਪ ਜੀ ਨੂੰ ਬੇਨਤੀ ਕੀਤੀ ਹੈ ਤਿੰਨੋਂ ਦਿਨ ਆ ਕੇ ਸੇਵਾ ਦੇ ਵਿੱਚ ਵੀ ਹੱਥ ਵਟਾਓ ਅਤੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ ਜੀ।
4 ਤਰੀਕ ਨੂੰ ਇੰਡੀਪੈਂਡੈਂਸ ਡੇ ਹੈ ਜੀ, ਤੁਹਾਨੂੰ ਸਾਰਿਆਂ ਨੂੰ ਪਤਾ ਹੈ USA ਦਾ। ਤੇ ਸਾਰਾ ਦਿਨ ਜਿਹੜੀ ਸੰਗਤ ਹੈਗੀ ਆ ਉਹ ਕਿਉਂਕਿ ਛੁੱਟੀ ਹੋਣ ਕਰਕੇ ਸੰਗਤ ਬਹੁਤ ਹੁੰਦੀ ਹੈ ਤੇ ਗੁਰੂ ਦਰਬਾਰ ਦੇ ਵਿੱਚ ਸਾਰਾ ਦਿਨ ਹੀ ਕੀਰਤਨ ਦਰਬਾਰ ਚੱਲਦਾ ਹੈ ਜੀ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਆਪ ਜੀ ਉਸ ਦਿਨ ਜ਼ਰੂਰ ਆ ਕੇ ਸੇਵਾ ਦੇ ਵਿੱਚ ਹੱਥ ਵਟਾਓ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ਾਂ ਪ੍ਰਾਪਤ ਕਰੋ। 14 ਤਰੀਕ ਤੋਂ ਲੈ ਕੇ 17 ਤਰੀਕ ਤੱਕ ਦੁੱਖ ਨਿਵਾਰਨ ਕੈਂਪ ਹੈ ਜੋ ਨਾਰਥ ਹਾਲ ਦੇ ਵਿੱਚ ਚੱਲੇਗਾ ਜੀ। ਸਮਾਂ ਰਹੇਗਾ 2 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਆਪ ਜੀ ਜ਼ਰੂਰ ਆਓ। ਤੇ ਗੱਤਕਾ ਕੈਂਪ ਜਿਹੜਾ ਹੈਗਾ ਜੁਲਾਈ 8 ਤੋਂ ਲੈ ਕੇ ਜੁਲਾਈ 10 ਤੱਕ ਹੈਗਾ ਜੀ। ਤੇ ਜੇ ਤੁਸੀਂ ਇਹਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਬੱਚਿਆਂ ਨੂੰ ਇਨਰੋਲ ਕਰਨ ਵਾਸਤੇ ਜਾਂ ਗੱਤਕਾ ਦੇ ਜੌਹਰ ਜਿਹੜੇ ਬੱਚੇ ਦਿਖਾਉਂਦੇ ਆ, ਤੇ ਇਹ ਜੀ ਜਿਹੜਾ ਹੈਗਾ ਇਹਨੂੰ ਤੁਸੀਂ ਸੁਖਦੇਵ ਸਿੰਘ ਬੈਣੀਵਾਲ ਜੀ ਨਾਲ ਕੰਟੈਕਟ ਕਰ ਸਕਦੇ ਹੋ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ। ਹੁਣ ਮੈਂ ਬੇਨਤੀ ਕਰਦਾ ਇੱਕ ਦੋ ਹੋਰ ਸੱਚ ਬੇਨਤੀਆਂ ਹੈਗੀਆਂ ਜੀ, ਮੈਨੂੰ ਹੁਣੀ ਆਈਆਂ ਸੀ। ਇੱਕ ਤਾਂ ਵੈਡਨਸਡੇ ਨੂੰ ਸਾਡੀ ਸੇਵਾ ਕਾਫੀ ਹੁੰਦੀ ਹੈ ਸਾਡੇ ਕੋਲ ਜੀ, ਹੁਣ ਕਿਉਂਕਿ ਗੁਰੂ ਘਰ ਜਿਹੜਾ ਹੈਗਾ ਕਾਫੀ ਵੱਡੀ ਇਮਾਰਤ ਆ ਤੇ ਵੈਡਨਸਡੇ ਨੂੰ ਸਾਡੇ ਗਰੁੱਪ ਸੇਵਾ ਕਰਦਾ ਇੱਥੇ। ਇੱਕ ਵੈਡਨਸਡੇ ਤਾਂ ਸਾਡੀ ਸੇਵਾ ਹੁੰਦੀ ਹੈ ਚੰਦੋਆ ਸਾਹਿਬ ਦੀ, ਜਿਹੜੀ ਅਸੀਂ ਬਿਲਕੁਲ ਪੱਕੀ ਰੱਖੀ ਹੋਈ ਹੈ ਐਵਰੀ ਅਦਰ ਵੈਡਨਸਡੇ। ਤੇ ਜਿਹੜਾ ਇੱਕ ਸਾਨੂੰ ਬੁੱਧਵਾਰ ਵਿਚਕਾਰ ਮਿਲ ਜਾਂਦਾ ਤੇ ਉਹਦੇ ਵਾਸਤੇ ਅਸੀਂ ਬਾਹਰ ਚਾਹੇ ਬਲੋਰ ਮਾਰ ਲਈਏ ਚਾਹੇ ਪਿੱਲਰਾਂ ਨੂੰ ਸਾਫ਼ ਕਰ ਲਈਏ। ਹੁਣ ਬਿੱਠਾਂ ਕਾਫੀ ਹੋਈਆਂ ਪੰਛੀ ਬਹਿੰਦੇ ਆ ਤੇ ਉਹਨਾਂ ਨੂੰ ਹੁਣ ਸਾਫ਼ ਕਰਨ ਦੀ ਸੋਚ ਰਹੀ। ਪਹਿਲਾਂ ਅਸੀਂ ਸੋਚਦੇ ਸੀਗੇ ਕਿ ਪ੍ਰੈਸ਼ਰ ਵਾਸ਼ਰ ਨਾਲ ਧੋ ਲੈਂਦੇ ਆ, ਪਰ ਇਹ ਕਿ ਪ੍ਰੈਸ਼ਰ ਵਾਸ਼ਰ ਨਾਲ ਧੋਏ ਤਾਂ ਸਾਰੀ ਕੰਧਾਂ ਤੇ ਜਿਹੜੀਆਂ ਪਿਕਚਰਾਂ ਲੱਗੀਆਂ ਹਿਸਟਰੀ ਲੱਗੀ ਹੋਈ ਆ ਉਹ ਖਰਾਬ ਹੋ ਜੂਗੀ। ਇਸ ਕਰਕੇ ਅਸੀਂ ਹੁਣ ਕੁਝ ਹੋਰ ਉਪਰਾਲਾ ਕਰਾਂਗੇ। ਬੀਬੀਆਂ ਦਾ ਤੇ ਬੰਦਿਆਂ ਦੇ ਟਾਇਲਟਸ ਖਰਾਬ ਹੋਏ ਹੋਏ ਆ ਬਹੁਤ ਜ਼ਿਆਦਾ। ਪਿਛਲੀ ਵਾਰੀ ਤਾਂ ਘੱਟੋ ਘੱਟ 8-9 ਟਾਇਲਟਸ ਬੰਦ ਸੀ ਤੇ ਸਮੈਲ ਕਾਫੀ ਆ ਰਹੀ ਸੀਗੀ ਤੇ ਉਹ ਕੁਛ ਤਾਂ ਆਲਮੋਸਟ 90% ਠੀਕ ਕਰਤਾ ਹੈ। ਇਸ ਬੁੱਧਵਾਰ ਅਸੀਂ 4 ਵਜੇ ਸੇਵਾ ਸਟਾਰਟ ਕਰਾਂਗੇ। ਨਾਲੇ ਨਗਰ ਕੀਰਤਨ ਜਿਹੜਾ ਹੈਗਾ ਇਸ ਸਾਲ ਕੱਢਿਆ ਜਾ ਰਿਹਾ ਜੀ, ਤੇ ਉਸ ਕਰਕੇ ਫਲੋਟ ਦੀ ਸੇਵਾ ਸ਼ੁਰੂ ਹੋ ਜਾਣੀ ਹੈ ਜੀ ਸਾਡੀ। ਹੁਣ ਅਸੀਂ ਐਵਰੀ ਡੇ ਆਲਮੋਸਟ ਹਰ ਰੋਜ਼ ਹੀ ਸੇਵਾ ਕਰਾਂਗੇ ਕਿਉਂਕਿ ਫਲੋਟ ਤਿਆਰ ਕਰਨਾ ਬਹੁਤ ਹਾਰਡ ਆ ਤੇ ਉਹਦੇ ਵਾਸਤੇ ਵੀ ਸਾਨੂੰ ਸੇਵਾ ਦੀ ਲੋੜ ਪਊਗੀ। ਤੇ ਲੰਗਰ ਹਾਲ ਦੇ ਵਿੱਚ ਜਿਹੜੀ ਪ੍ਰਸ਼ਾਦਿਆਂ ਦੀ ਸੇਵਾ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ। ਭੈਣਾਂ ਬੀਬੀਆਂ ਨੂੰ ਬੇਨਤੀ ਆ ਜਾਇਆ ਕਰੋ ਜੀ, ਕਿਉਂਕਿ ਮਸ਼ੀਨ ਦੀਆਂ ਰੋਟੀਆਂ ਤਾਂ ਘਰੇ ਵੀ ਖਾਣ ਨੂੰ ਮਿਲ ਜਾਣਗੀਆਂ, ਇੱਥੇ ਹੱਥਾਂ ਦੀ ਰੋਟੀਆਂ ਪ੍ਰਸ਼ਾਦੇ ਛਕੇ ਤਾਂ ਵਧੀਆ ਲੱਗਦਾ। ਹੁਣ ਮੈਂ ਬੇਨਤੀ ਕਰਦਾ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਨੂੰ ਆਪ ਜੀ ਦੇ 1:20 ਤੱਕ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 आओ जी तुम आओ हमारे
ਹਰ ਜਸ ਸਰਵਨ ਸੁਨਾਵਨਾ। ਤੁਧ ਆਵਤ ਮੇਰਾ ਮਨ ਤਨ ਹਰਿਆ। ਹਰ ਜਸ ਤੁਮ ਸੰਗ ਗਾਵਨਾ। ਹਰ ਜਸ ਤੁਮ ਸੰਗ, ਹਰ ਜਸ ਤੁਮ ਸੰਗ, ਹਰ ਜਸ ਤੁਮ ਸੰਗ ਗਾਵਨਾ। ਹਰ ਜਸ ਤੁਮ ਸੰਗ ਗਾਵਨਾ। ਅਰਜੁਨ ਕਾਇਆ ਪਲਟ ਕੇ। ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ। ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ। ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ। ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਛਟਮ ਪੀਰ ਬੈਠਾ ਗੁਰ ਭਾਰੀ। ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਛਟਮ ਪੀਰ ਬੈਠਾ ਗੁਰ ਭਾਰੀ। ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ। ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ। ਚੱਲੀ ਪੀੜੀ ਸੋਠੀਆਂ, ਰੂਪ ਦਿਖਾਵਣ ਵਾਰੋ ਵਾਰੀ, ਰੂਪ ਦਿਖਾਵਣ ਵਾਰੋ ਵਾਰੀ। ਭਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ, ਵੱਡ ਜੋਧਾ ਬਹੁ ਪਰ ਉਪਕਾਰੀ। ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ। ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ, ਅਰਜੁਨ ਕਾਇਆ ਪਲਟ ਕੇ। ਪੁੱਛਨ ਸਿੱਖ ਅਰਦਾਸ ਕਰ, 6 ਮਹਿਲਾ ਤੱਕ ਦਰ ਸੁਨਿਹਾਰੀ, 6 ਮਹਿਲਾ ਤੱਕ ਦਰ ਸੁਨਿਹਾਰੀ। ਪੁੱਛਨ ਸਿੱਖ ਅਰਦਾਸ ਕਰ, 6 ਮਹਿਲਾ ਤੱਕ ਦਰ ਸੁਨਿਹਾਰੀ, 6 ਮਹਿਲਾ ਤੱਕ ਦਰ ਸੁਨਿਹਾਰੀ। ਆਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣ ਸੰਸਾਰੀ, ਬੋਲੇ ਮੁਖ ਤੇ ਸੁਣ ਸੰਸਾਰੀ।
ਅਗਮ ਅਗੋਚਰ ਸਤ ਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੇ ਬੋਲੇ ਮੁਖ ਤੇ ਸੁਣੋ ਸੰਸਾਰੀ ਸੁਣੋ ਸੰਸਾਰੀ। ਕਲ ਜੁਗ ਪੀੜੀ ਸੋਢਿਆ ਨਿਹਚਲ ਨੀਵ ਉਸਾਰ ਖਲਾਰੀ ਨਿਹਚਲਨੀ ਨਿਹਚਲਨੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ ਧਰੇ ਅਵਤਾਰੀ। ਭਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਗੁਰ ਪਾਰ ਬ੍ਰਹਮ ਪਾਰ ਬ੍ਰਹਮ। ਵੱਡੀ ਆਰਜਾ ਹਰ ਗੋਬਿੰਦ ਕੀ ਕਾਰਜ ਸਤਿਗੁਰ ਆਪ ਸਵਾਰਿਆ। ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜਪੋ ਜੀ ਵਾਹਿਗੁਰੂ 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 ਵਾਹਿਗੁਰੂ। ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਮਨ ਅੰਤਰ ਕੀ ਉਤਰੇ ਚਿੰਦ ਉਤਰੇ ਚਿੰਤ। ਵਾਹਿਗੁਰੂ 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 ਵਾਹਿਗੁਰੂ। ਆਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਜੁਗ ਪੀੜੀ ਸੋਢੀਆਂ ਨਿਹ ਚਲ ਨੀਵ ਸਾਰ ਖਲਾਰੀ ਨਿਹ ਚਲ ਨੀਵ ਸਾਰ ਖਲਾਨੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਅਰਜੁਨ ਕਾਇਆ ਪਲਟ ਕੇ ਅਰਜੁਨ ਕਾਇਆ ਪਲਟ ਕੇ ਅਰਜੁਨ ਕਾਇਆ ਪਲਟ ਕੇ ਅਰਜੁਨ ਕਾਇਆ ਪਲਟ ਕੇ। ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ। ਅਰਜੁਨ ਕਾਇਆ ਪਲਟ ਕੇ 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 ਅਰਜੁਨ ਕਾਇਆ ਪਲਟ ਕੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਨਾਲ ਭਗਤ ਕਬੀਰ ਜੀ ਦਾ ਜਨਮ ਦਿਹਾੜਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਗੰਗਾ ਜੀ ਦੇ ਗ੍ਰਹਿ ਗੁਰੂ ਅਰਜਨ ਦੇਵ ਜੀ ਦੇ ਪੁੱਤਰ। ਸੇਵਾ ਨਾਲ ਕੀ ਨਹੀਂ ਮਿਲਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਾਓ ਨੰਗੇ ਪੈਰੀ ਬਾਬਾ ਬੁੱਢਾ ਸਾਹਿਬ ਜੀ ਦੀ ਲੰਗਰ ਪ੍ਰਸ਼ਾਦ ਦੀ ਸੇਵਾ ਕਰਕੇ ਆਓ, ਤੁਹਾਨੂੰ ਪੁੱਤਰ ਮਿਲ ਜਾਏ। ਹਾਲਾਂਕਿ ਸਾਰਾ ਕੁਝ ਹੁੰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਨੇ ਕਿ ਸੇਵਾ ਕਰਨੀ ਕਿਵੇਂ ਹੈ। ਬੜਾ ਔਖਾ ਕੰਮ ਹੈ, ਕਹਿ ਦੇਣਾ ਬੜਾ ਸੌਖਾ ਹੈ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ। ਕਈ ਖਿਆਲ ਆ ਸਕਦੇ ਨੇ ਸੇਵਾ ਕਰਦੇ, ਜੇ ਤੇ ਪਾਰ ਹੋ ਗਿਆ ਤੇ ਫਿਰ ਖੁਸ਼ੀਆਂ ਦਰਵਾਜ਼ੇ ਖੁਸ਼ੀਆਂ ਦੇ ਖੁੱਲ ਜਾਂਦੇ ਨੇ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਇਹਦੇ ਵਿੱਚੋਂ ਲੰਘ ਗਿਆ ਫਿਰ ਸੁਖ ਸਾਰ, ਮਨ ਚੰਦਿਆ ਫਲ ਪਾਵਨ। ਮਾਤਾ ਗੰਗਾ ਜੀ ਸਾਰਾ ਕੁਝ ਹੁੰਦਿਆਂ ਹੋਇਆਂ ਮਿੱਸੇ ਪ੍ਰਸ਼ਾਦੇ ਤਿਆਰ ਕਰਦੇ ਨੇ, ਲੱਸੀ ਤਿਆਰ ਕਰਦੇ ਨੇ, ਗੰਡਾ ਪਿਆਜ਼ ਨਾਲ ਲੈ ਕੇ ਹੁਕਮ ਮੰਨ ਕੇ ਬਾਬਾ ਬੁੱਢਾ ਜੀ ਨੂੰ ਲੰਗਰ ਲੈ ਕੇ ਜਾਂਦੇ ਨੇ ਤੇ ਪਿਆਰ ਨਾਲ ਛਕਾਉਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ 6 ਪਾਤਸ਼ਾਹੀਆਂ ਤੱਕ ਗੁਰਗੱਦੀ ਤਿਲਕ ਲਗਾਇਆ, ਤਲੀ ਤੇ ਗੰਡਾ ਰੱਖ ਕੇ ਮੁੱਕੀ ਮਾਰ ਕੇ ਭੰਨਦੇ ਨੇ। ਬਾਬਾ ਬੁੱਢਾ ਜੀ ਪ੍ਰਸ਼ਾਦਾ ਛਕ ਕੇ ਗੰਡੇ ਨੂੰ ਭੰਨ ਕੇ ਕਹਿੰਦੇ ਨੇ, ਮਾਤਾ ਗੰਗਾ ਜੀ ਤੁਹਾਡੇ ਗ੍ਰਹਿ ਵਿਖੇ ਐਸਾ ਸੂਰਬੀਰ ਆਏਗਾ, ਜਿਵੇਂ ਅਸੀਂ ਗੰਡਾ ਭੰਨਿਆ ਉਹ ਜ਼ਾਲਮਾਂ ਦੇ ਸਿਰ ਇੰਜ ਭੰਨੇਗਾ ਜਿਵੇਂ ਅਸੀਂ ਗੰਡਾ ਭੰਨਿਆ ਹੈ। ਤੇ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਰਹਿਮਤ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਹੋਇਆ। ਉਹਨਾਂ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਨੂੰ ਕਹਿੰਦੇ ਨੇ ਚਾਂਦਨੀ ਚੌਂਕ ਵਿੱਚ, ਔਰੰਗਜ਼ੇਬ ਤੇਰੀਆਂ ਸਾਰੀਆਂ ਤਲਵਾਰਾਂ ਖੁੰਡੀਆਂ ਹੋ ਜਾਣਗੀਆਂ, ਕਿਉਂਕਿ ਮੈਂ ਆਪਣੇ ਬਾਪੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੋਦ ਵਿੱਚ ਬਚਪਨ ਤੋਂ ਹੀ ਮੀਰੀ ਪੀਰੀ ਦੀਆਂ ਛਾਵਾਂ ਮਾਣੀਆਂ। ਗੁੜਤੀ ਕਹਿੰਦੇ ਨੇ ਮੈਂ ਆਪਣੇ ਦਾਦੇ ਤੋਂ ਲਈ, ਗੁਰੂ ਅਰਜਨ ਦੇਵ ਜੀ। ਕੈਸੀ ਖੇਡਾਂ ਵਰਤਾਈਆਂ 10 ਪਾਤਸ਼ਾਹੀਆਂ। ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਵਿੱਚ ਕਹਿੰਦੇ ਨੇ ਮੇਰੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠ ਗਏ ਸਨ, ਭਾਣਾ ਕੀ ਹੁੰਦਾ ਏ, ਤੇ ਮੇਰੇ ਬਾਪੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਾਈਆਂ, ਭਗਤੀ ਸ਼ਕਤੀ ਦੀ। ਤੇ ਅੱਗੋਂ ਪਤਾ ਕੀ ਕਹਿੰਦੇ ਨੇ, ਕਹਿੰਦੇ ਨੇ ਹਲੇ 8-9 ਸਾਲ ਦਾ ਹੈ ਮੇਰਾ ਪੁੱਤਰ ਬਾਲ ਗੋਬਿੰਦ ਰਾਏ, ਉਹਨੂੰ ਮੈਂ ਅਨੰਦਪੁਰ ਬਿਠਾ ਕੇ ਆਇਆ। ਫਿਰ ਕਹਿੰਦੇ ਨੇ ਅੱਗੋਂ 4 ਪੋਤਰੇ ਹੋਣਗੇ, ਉਹ ਨਿੱਕੀਆਂ ਉਮਰਾਂ ਵਿੱਚ ਐਸੀਆਂ ਖੇਡਾਂ ਰਚਾਉਣਗੇ, ਪੰਥ ਦੀ ਹੋਰ ਜੈ ਜੈਕਾਰ ਹੋ ਜਾਏਗੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਸ ਕੁੱਲ ਨੂੰ ਜਿੰਨੀ ਨਮਸਕਾਰ ਕਰੀਏ ਥੋੜੀ ਹੈ। ਐ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਹਾਨੂੰ ਔਰੰਗਜ਼ੇਬ ਕਹਿੰਦਾ ਸੀ ਵੀ ਸਾਡੇ ਬਰਾਬਰ ਕੋਈ ਤਖਤ ਨਹੀਂ ਬਣਾ ਸਕਦਾ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਅਸੀਂ ਤਖਤ ਬਣਾਵਾਂਗੇ, ਆਪਣਾ ਨਹੀਂ, ਅਕਾਲ ਦਾ ਤਖਤ ਬਣਾਵਾਂਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਹੀ ਸੰਗਤਾਂ ਨੂੰ ਹੁਕਮ ਕੀਤਾ, ਬਈ ਹੁਣ ਕੱਲਾ ਰਾਸ਼ਨ ਰੁਮਾਲੇ ਤੱਕ ਸੀਮਤ ਨਹੀਂ, ਹੁਣ ਤੁਸੀਂ ਘੋੜੇ ਵੀ ਲੈ ਕੇ ਆਓ, ਹੁਣ ਤੁਸੀਂ ਸ਼ਸਤਰ ਵੀ ਲੈ ਕੇ ਆਓ। ਕਿਉਂਕਿ ਪਹਿਲਾਂ ਅਪੀਲ ਕੀਤੀ, ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਨਾ ਪਿਤਾ ਜੀ ਨੂੰ, ਪਹਿਲਾਂ ਅਪੀਲ ਫਿਰ ਦਲੀਲ, ਸ਼ਹੀਦੀਆਂ ਦਿੱਤੀਆਂ। ਅਪੀਲ ਵੀ ਕੋਈ ਮੰਨੇ ਨਾ, ਦਲੀਲ ਵੀ ਕੋਈ ਮੰਨੇ ਨਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਹੁਣ ਅਸੀਂ ਸ਼ਮਸ਼ੀਰ ਚੁਕਾਂਗੇ। 4 ਜੰਗਾਂ ਜਿੱਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਹੜੇ ਗਾ ਸਕਦੇ ਜ਼ਰੂਰ ਗਾਓ, ਜਿਹੜੇ ਨਹੀਂ ਵੀ ਗਾ ਸਕਦੇ ਉਹਨਾਂ ਨੂੰ ਵੀ ਬੇਨਤੀ ਹੈ, ਲਵਾਓ ਹਾਜ਼ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹ ਪਾਵਨ ਬਚਨ ਗਾ ਕੇ ਸਭਨਾਂ ਦੀ ਹਾਜ਼ਰੀ ਲੱਗ ਜਾਏ। अर्जुन काया पलट के, अर्जुन काया पलट के, अर्जुन ਕਾਇਆ ਪਲਟ ਕੇ
अर्जुन काया पलट के। मूरत हर गोबिंद सवारी, मूरत हर गोबिंद सवारी, अर्जुन काया पलट के, अर्जुन काया पलट के, अर्जुन काया पलट के, अर्जुन काया पलट के। पंज प्याले पंज पीर, छठम पीर बैठा गुर पारी, छठम पीर बैठा गुर पारी। पंज प्याले पंज पीर, छठम पीर बैठा गुर पारी, छठम पीर बैठा गुर पारी। मूरत हर गोबिंद सवारी, मूरत हर गोबिंद सवारी, अर्जुन काया पलट के, अर्जुन काया पलट के, अर्जुन काया पलट के, अर्जुन काया पलट के।